ਗੁੱਡ ਮਾਰਨਿੰਗ ਸਟੂਡੈਂਟਸ ਅੱਜ ਤੁਹਾਡੇ ਅਗਲੇ ਟੌਪਿਕ ਬਾਰੇ ਗੱਲ ਕਰਨ ਜਾ ਰਹੇ ਹਾਂ। ਠੀਕ ਹੈ, ਉਮੀਦ ਆ ਕਿ ਤੁਸੀਂ ਧਿਆਨ ਨਾਲ ਸੁਣੋਗੇ, ਸਮਝੋਗੇ ਵੀਡੀਓ ਨੂੰ, ਔਰ ਜੇ ਕੋਈ ਡਾਊਟ ਹੋਇਆ ਤਾਂ ਤੁਸੀਂ ਰਿਪਲਾਈ ਕਰਕੇ ਆਨਸਰ ਆ ਜਿਹੜਾ ਉਹਦਾ ਕਲੀਅਰ ਕਰ ਸਕਦੇ ਹੋ। ਸੋ ਤੁਹਾਡੇ ਪਹਿਲਾਂ ਟੌਪਿਕ ਡਿਸਕਸ ਹੋਇਆ ਕਿ ਬਿਜ਼ਨਸ ਕੀ ਸੀ, ਪ੍ਰੋਫੈਸ਼ਨ ਕੀ ਸੀ, ਔਰ ਅੱਜ ਆਪਾਂ ਗੱਲ ਕਰਨੀ ਆ ਇੰਪਲੋਇਮੈਂਟ ਦੀ। ਠੀਕ ਹੈ, ਪੰਜਾਬੀ ਦੇ ਵਿੱਚ ਗੱਲ ਕਰਦੇ ਹਾਂ ਤਾਂ ਕਿੱਤਾ, ਠੀਕ ਹੈ, ਔਰ ਰੁਜ਼ਗਾਰ ਕੀ ਹੋਏਗਾ, ਔਰ ਪਹਿਲਾ ਸੀਗਾ ਆਪਣਾ ਕਾਰੋਬਾਰ, ਕਿੱਤਾ ਔਰ ਰੁਜ਼ਗਾਰ। ਠੀਕ ਹੈ, ਇਹ ਆਪਾਂ ਦੇਖਣੀ ਆ ਅੱਜ। ਆਪਣਾ ਲਾਸਟ ਟੌਪਿਕ ਹੋਏਗਾ ਇੰਪਲੋਇਮੈਂਟ, ਔਰ ਇਸ ਤੋਂ ਬਾਅਦ ਆਪਾਂ ਕਰਾਂਗੇ ਡਿਫਰੈਂਸ, ਜੋ ਕਿ ਬਹੁਤ ਹੀ ਮੇਨ ਇੰਪੋਰਟੈਂਟ ਟੌਪਿਕ ਹੈ ਇਸ ਚੈਪਟਰ ਦਾ, ਔਰ ਉਹ ਇੱਕ ਲੌਂਗ ਕੁਐਸਚਨ ਬਣੇਗਾ ਜੋ ਕਿ ਤੁਹਾਡਾ 6 ਮਾਰਕਸ ਦੇ ਵਿੱਚ ਕੰਸੀਡਰ ਕੀਤਾ ਜਾਏਗਾ। ਸੋ ਦੇਖੋ, ਇੰਪਲੋਇਮੈਂਟ ਦਾ ਮਤਲਬ ਕਿ ਇੰਪਲੋਇਮੈਂਟ ਰੈਫਰਸ ਟੂ ਐਨ ਇਕਨੋਮਿਕ ਐਕਟੀਵਿਟੀ ਵੇਅਰ ਇਨ ਪਰਸਨ ਰੈਂਡਰ ਪਰਸਨਲ ਸਰਵਿਸਿਜ਼ ਟੂ ਅਦਰ ਇਨ ਰਿਟਰਨ ਆਫ ਰੈਮੂਨਰੇਸ਼ਨ ਦਾ ਮਤਲਬ ਹੁੰਦਾ ਕਿ ਸੈਲਰੀ। ਠੀਕ ਹੈ, ਕੋਈ ਵੇਜਿਸ, ਤਨਖਾਹ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ, ਕੋਈ ਵੀ ਇਨਸਾਨ ਜਿਹੜਾ ਕੰਮ ਕਰ ਰਿਹਾ, ਆਰਥਿਕ ਕਿਰਿਆ ਕਰ ਰਿਹਾ, ਠੀਕ ਹੈ, ਉਹਦਾ ਕਿਸੇ ਨੂੰ ਸੇਵਾਵਾਂ ਦੇ ਰਿਹਾ, ਕਿਹਦੇ ਬਦਲੇ ਵਿੱਚ ਕੁਛ ਪੈਸਾ ਲੈਣ ਦੇ ਲਈ, ਕੁਛ ਆਦੀ ਮਿਹਨਤ ਆ ਜਿਹੜੀ ਉਹ ਮਜ਼ਦੂਰੀ ਹੈ ਜਿਹੜੀ ਉਹ ਲੈਣ ਦੇ ਲਈ, ਔਰ ਇਹ ਇੱਕ ਕੰਟਰੈਕਟ ਦੇ ਵਿੱਚ ਹੋਏਗਾ। ਠੀਕ ਹੈ, ਇੱਕ ਕਹਿ ਦਈਏ ਕਿ ਐਗਰੀਮੈਂਟ ਹੋਏਗਾ, ਇੱਕ ਦਸਤਾਵੇਜ਼ ਦੇ ਉੱਪਰ ਲਿਖਿਆ ਜਾਏਗਾ ਕਿ ਮੈਂ ਇਸ ਕੰਮ ਦੇ ਲਈ ਜਿਹੜਾ ਕਰਮਚਾਰੀ ਦੇ ਵਜੋਂ ਕੰਮ ਕਰ ਰਿਹਾ, ਔਰ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਇੰਪਲੋਇਮੈਂਟ ਦਾ ਕੰਟਰੈਕਟ ਹੋਏਗਾ। ਔਰ ਇਹ ਜਿਹੜੇ ਪਰਸਨ ਹੋਣਗੇ, ਜਿਹੜੇ ਪਰਸਨ ਕੰਮ ਕਰਨਗੇ ਕਿਸੇ ਸ਼ਰਤ ਦੇ ਮੁਤਾਬਿਕ, ਕਿਸੇ ਕੰਟਰੈਕਟ ਦੇ ਮੁਤਾਬਿਕ, ਉਹਨੂੰ ਆਪਾਂ ਇੰਪਲੋਈਜ਼ ਬੋਲਦੇ ਹਾਂ, ਜਿਹਨੂੰ ਆਪਾਂ ਸਿੰਪਲ ਵਰਡ ਦੇ ਵਿੱਚ ਕਰਮਚਾਰੀ ਬੋਲ ਦਿੰਦੇ ਹਾਂ। ਠੀਕ ਹੈ, ਕਰਮਚਾਰੀ ਹੋਣਗੇ ਇਹ। ਤਾਂ ਦੇਖੋ, ਇੰਪਲੋਈ ਉਹ ਹੋਏਗਾ ਜਿਹੜਾ ਕਿਸੇ ਦੇ ਕਹਿਣ 'ਤੇ ਕਿਸੇ ਦੇ ਲਈ ਕੰਮ ਕਰੇਗਾ, ਉਹਨੂੰ ਆਪਾਂ ਕਾਰੋਬਾਰ ਦੇ ਵਿੱਚ ਰੁਜ਼ਗਾਰ ਜਾਂ ਕਹਿ ਸਕਦੇ ਹਾਂ, ਇੰਪਲੋਇਮੈਂਟ ਕਹਿ ਸਕਦੇ ਹਾਂ। ਇਹਦੀਆਂ ਵਿਸ਼ੇਸ਼ਤਾਵਾਂ ਦੇਖੋ, ਕੁਝ ਵਿਸ਼ੇਸ਼ਤਾਵਾਂ ਹੋਣਗੀਆਂ ਇਹਦੇ ਵਿੱਚ। ਤਾਂ ਦੇਖੋ, ਇੰਪਲੋਇਮੈਂਟ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ, ਪਹਿਲੀ ਹੋਏਗੀ ਕਿ ਇੰਪਲੋਈ ਰੈਂਡਰ ਪਰਸਨਲ ਸਰਵਿਸ ਅੰਡਰ ਆ ਕੰਟਰੈਕਟ ਆਫ ਇੰਪਲੋਈ। ਇੱਕ ਤਾਂ ਇਹ ਕੰਟਰੈਕਟ ਆਫ ਇੰਪਲੋਇਮੈਂਟ ਦੇ ਅਕੋਰਡਿੰਗ ਕੰਮ ਜਿਹੜਾ ਉਹ ਕਰਨਗੇ। ਠੀਕ ਹੈ, ਜਿਹੜਾ ਉਹਨਾਂ ਨੂੰ ਲਿਖਿਆ ਹੋਊਗਾ ਕਿ ਜਿੰਨੀਆਂ ਵੀ ਉਹਨਾਂ ਨੇ ਸੇਵਾਵਾਂ ਉਪਲਬਧ ਕਰਵਾਉਣੀਆਂ ਜਾਂ ਕੋਈ ਰੁਜ਼ਗਾਰ ਉਹਨਾਂ ਨੂੰ ਮਿਲ ਰਿਹਾ, ਕੰਟਰੈਕਟ ਆਫ ਇੰਪਲੋਇਮੈਂਟ ਦੇ ਜ਼ਰੀਏ ਹੀ ਮਿਲੇਗਾ। ਇੰਪਲੋਈ ਆ ਜਿਹੜੇ ਉਹ ਕੰਮ ਕਰਨਗੇ ਆਪਣੇ ਲਈ ਨਹੀਂ ਕਰਨਗੇ, ਉਹ ਦੂਸਰਿਆਂ ਲਈ ਕਰਨਗੇ। ਪੈਸਾ ਲੈ ਰਹੇ ਆ ਤਾਂ ਦੂਸਰਿਆਂ ਲਈ ਲੈ ਰਹੇ ਆ। ਠੀਕ ਹੈ, ਨਾ ਕਿ ਆਪਦਾ ਕੰਮ ਕਰਨ ਦੇ ਲਈ। ਹੁਣ ਕੋਈ ਕਹਿ ਦਈਏ ਕਿ ਕੋਈ ਬਿਲਡਿੰਗ ਬਣਾ ਰਿਹਾ, ਠੀਕ ਹੈ, ਕੋਈ ਆਰਕੀਟੈਕਚਰ ਆ, ਹੁਣ ਉਹ ਬਿਲਡਿੰਗ ਬਣਾ ਰਿਹਾ, ਪੈਸਾ ਲੈ ਰਿਹਾ, ਪਰ ਉਹ ਘਰ ਉਹ ਆਪਣੇ ਲਈ ਥੋੜ੍ਹੀ ਬਣਾਏਗਾ, ਉਹ ਕਿਸੇ ਦੇ ਲਈ ਬਣਾਏਗਾ। ਠੀਕ ਹੈ, ਤਾਂ ਉਹ ਹੋਏਗਾ ਇੱਕ ਤਰ੍ਹਾਂ ਦਾ ਰੁਜ਼ਗਾਰ ਹੋਏਗਾ, ਉਹਦਾ ਇੱਕ ਇੰਪਲੋਈ ਹੋਏਗਾ। ਅੱਗੇ ਹੋਏਗਾ ਜਿਹੜਾ ਵੀ ਉਹ ਕੰਮ ਕਰੇਗਾ ਉਹਦੇ ਲਈ ਰੈਮੂਨਰੇਸ਼ਨ ਹੈ ਜਿਹੜੀ ਉਹ ਜ਼ਰੂਰ ਲਏਗਾ, ਜਿਹੜਾ ਉਹਨੂੰ ਕੰਮ ਦਿੱਤਾ ਹੋਏਗਾ। ਰੈਮੂਨਰੇਸ਼ਨ ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਜਿਹਦਾ ਮਤਲਬ ਹੋਏਗਾ ਸੈਲਰੀ, ਕੋਈ ਤਨਖਾਹ। ਠੀਕ ਹੈ, ਯਾਨੀ ਕਿ ਪੈਸੇ, ਜਿਹੜਾ ਕੰਮ ਉਹਨੂੰ ਕਰਨ ਨੂੰ ਕਿਹਾ ਗਿਆ ਉਹਦੇ ਲਈ ਉਹ ਪੈਸਾ ਜ਼ਰੂਰ ਲਏਗਾ। ਨੈਕਸਟ ਹੈ ਕਿ ਇੰਪਲੋਈ ਆ ਜਿਹੜੇ ਉਹਨਾਂ ਨੂੰ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਪੈਸਾ ਲਗਾਓ। ਹੁਣ ਜੇ ਕੋਈ ਆਰਕੀਟੈਕਚਰ ਆ, ਠੀਕ ਹੈ, ਕੋਈ ਇੰਜੀਨੀਅਰ ਆ, ਹੁਣ ਜੇ ਉਹ ਕੰਮ ਕਰੂਗਾ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਜਿਹੜਾ ਕੰਮ ਉਹ ਕਰੀ ਜਾਂਦਾ ਉਹਦੇ 'ਚ ਪੈਸਾ ਵੀ ਉਹਨੇ ਲਗਾਉਣਾ। ਪੈਸਾ ਤਾਂ ਉਸ ਕੰਮ ਦਾ ਮਾਲਿਕ ਹੀ ਲਗਾਏਗਾ ਨਾ। ਠੀਕ ਹੈ, ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਕਰਮਚਾਰੀ ਨੂੰ ਪੈਸਾ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਪੈਸਾ ਮਾਲਿਕ ਲਗਾਏਗਾ। ਉਹਨੇ ਤਾਂ ਸਿਰਫ ਆਪਣਾ ਕੰਮ ਕਰਨਾ, ਜਿਹੜਾ ਮਟੀਰੀਅਲ ਉਹਨੂੰ ਚਾਹੀਦਾ ਉਹਨੂੰ ਖਰੀਦ ਕੇ, ਉਹ ਵੀ ਜਿਹੜਾ ਪਰਸਨ ਸਾਹਮਣੇ ਵਾਲਾ ਹੋਏਗਾ ਜਿਹਦਾ ਕੰਮ ਹੋ ਰਿਹਾ ਹੋਊਗਾ ਉਹਦੇ ਪੈਸਿਆਂ ਦੇ ਨਾਲ। ਅੱਗੇ ਇੰਪਲੋਈ ਆ ਜਿਹੜੇ ਉਹ ਆਪਦੀਆਂ ਡਿਊਟੀਜ਼ ਆ ਜਿਹੜੀਆਂ ਉਹਨਾਂ ਨੂੰ ਪੂਰੀਆਂ ਕਰਦੇ ਆ, ਆਪਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਪੂਰੀਆਂ ਕਰਦੇ ਆ, ਕਿਹਦੇ ਮੁਤਾਬਿਕ, ਜਿਹੜੀ ਉਹਨਾਂ ਨੂੰ ਸਰਵਿਸ ਆ ਜਿਹੜੀ ਉਹ ਕਰਨ ਨੂੰ ਕਿਹਾ ਹੋਵੇ, ਜਿਹੜਾ ਉਹਨਾਂ ਨੂੰ ਕੰਟਰੈਕਟ ਆਫ ਇੰਪਲੋਇਮੈਂਟ ਦੇ ਵਿੱਚ ਕਿਹਾ ਹੋਵੇ। ਸੋ ਇਹ ਤਾਂ ਸੀਗੇ ਤੁਹਾਡੇ ਇੰਪਲੋਇਮੈਂਟ ਦੇ ਰਿਲੇਟਡ ਪੁਆਇੰਟਸ, ਜੋ ਕਿ ਬਹੁਤ ਹੀ ਛੋਟਾ ਪੁਆਇੰਟ ਆ, ਬਟ ਬਹੁਤ ਹੀ ਈਜ਼ੀਲੀ ਕਲੀਅਰ ਹੋ ਰਿਹਾ ਕਿ ਜਿਹੜਾ ਪਰਸਨ ਕਿਸੇ ਦੇ ਲਈ ਕੰਮ ਕਰ ਰਿਹਾ ਉਹਨੂੰ ਆਪਾਂ ਇੰਪਲੋਈ ਕਹਿ ਸਕਦੇ ਹਾਂ। ਤਿੰਨ ਤਰ੍ਹਾਂ ਦੇ ਹੋਣਗੇ, ਇੰਪਲੋਈਜ਼ ਆ ਜਿਹੜੇ ਉਹ ਨਾਰਮਲੀ ਅਲੱਗ-ਅਲੱਗ ਟਾਈਪਸ ਦੇ ਹੋ ਸਕਦੇ ਆ। ਸੋ ਦੇਖੋ, ਬੇਸਿਕਲੀ ਆਪਾਂ 3 ਟਾਈਪਸ ਅੱਜ ਜਿਹੜੀਆਂ ਉਹ ਦੁਬਾਰਾ ਤੋਂ ਡਿਸਕਸ ਕਰਦੇ ਹਾਂ, ਔਰ ਇਹ ਤੁਹਾਡਾ ਡਿਫਰੈਂਸ ਹੋਏਗਾ। ਬਹੁਤ ਹੀ ਇੰਪੋਰਟੈਂਟ ਟੌਪਿਕ ਆ। ਠੀਕ ਹੈ, ਇੰਪੋਰਟੈਂਟ ਟੌਪਿਕ ਲਿਖ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਬੇਸਿਕ ਕਨਸੈਪਟ ਆ ਜਿਹੜਾ ਆਪਾਂ ਨੂੰ ਬੁੱਕ ਦੇ ਅਕੋਰਡਿੰਗ ਕਲੀਅਰ ਹੋ ਰਿਹਾ। ਸੋ ਅੱਗੇ ਮੈਂ ਡਿਫਰੈਂਸ ਕਰਵਾਉਣ ਜਾ ਰਹੀ ਹਾਂ, ਜੇ ਕੋਈ ਡਾਊਟ ਹੋਇਆ ਤਾਂ ਪੁੱਛ ਸਕਦੇ ਹੋ। ਸੋ ਉਮੀਦ ਹੈ ਕਿ ਡਿਫਰੈਂਸ ਨੂੰ ਕਲੀਅਰਲੀ ਸਮਝੋਗੇ। ਤਾਂ ਦੇਖੋ, ਤਿੰਨੋਂ ਦੇ ਹੋਣਗੇ, ਬਿਜ਼ਨਸ, ਪ੍ਰੋਫੈਸ਼ਨ ਐਂਡ ਇੰਪਲੋਇਮੈਂਟ ਦੇ ਡਿਫਰੈਂਸ। ਸੋ ਦੇਖੋ ਡਿਫਰੈਂਸ। ਠੀਕ ਹੈ, ਦੇਖੋ ਆਪਾਂ ਗੱਲ ਹੁਣ ਕਰਨੀ ਹੈ ਕਾਰੋਬਾਰ ਯਾਨੀ ਕਿ ਬਿਜ਼ਨਸ, ਠੀਕ ਹੈ, ਕਿੱਤਾ ਯਾਨੀ ਕਿ ਪ੍ਰੋਫੈਸ਼ਨ, ਠੀਕ ਹੈ, ਰੁਜ਼ਗਾਰ
ਯਾਨੀ ਕਿ ਇੰਪਲੋਇਮੈਂਟ। ਇਹਨਾਂ ਤਿੰਨਾਂ ਦੇ ਵਿੱਚ ਡਿਫਰੈਂਸ ਹੈ ਜਿਹੜਾ ਉਹ ਦੇਖਣਾ। ਤਾਂ ਸਭ ਤੋਂ ਪਹਿਲਾਂ ਦੇਖੋ ਕਿ ਜਿਹੜਾ ਕਾਰੋਬਾਰ ਹੈ ਯਾਨੀ ਕਿ ਬਿਜ਼ਨਸ ਆ, ਉਹਦੇ ਵਿੱਚ ਜ਼ਿਆਦਾਤਰ ਐਕਟੀਵਿਟੀਜ਼ ਹੋਣਗੀਆਂ ਮੈਨੂਫੈਕਚਰਿੰਗ ਯਾਨੀ ਕਿ ਮਟੀਰੀਅਲ ਨੂੰ ਬਣਾਉਣਾ, ਠੀਕ ਹੈ, ਉਤਪਾਦਨ, ਪਰਚੇਜ਼ ਯਾਨੀ ਕਿ ਉਹਨੂੰ ਖਰੀਦਣਾ, ਸੇਲ ਕਰਨਾ, ਉਹਨੂੰ ਮਾਰਕੀਟ ਦੇ ਵਿੱਚ ਸੇਲ ਕਰਨਾ, ਇੱਦਾਂ ਦੀਆਂ ਚੀਜ਼ਾਂ ਨੂੰ ਰਿਲੇਟਡ ਜਿਹੜੇ ਕੰਮ ਆ ਉਹ ਕੀਤੇ ਜਾਣਗੇ। ਦੂਸਰੀ ਤਰਫ ਜਦੋਂ ਆਪਾਂ ਗੱਲ ਕਰਦੇ ਹਾਂ ਪ੍ਰੋਫੈਸ਼ਨ ਦੀ, ਇਹਦੇ ਵਿੱਚ ਜਿਹੜੀਆਂ ਸਰਵਿਸਿਜ਼ ਹੋਣਗੀਆਂ ਉਹ ਦਿੱਤੀਆਂ ਜਾਣਗੀਆਂ, ਸੇਵਾਵਾਂ ਦਿੱਤੀਆਂ ਜਾਣਗੀਆਂ ਜੋ ਕਿ ਸਪੈਸ਼ਲਾਈਜ਼ਡ ਨੇਚਰ ਹੋਣਗੀਆਂ। ਸਪੈਸ਼ਲਾਈਜ਼ਡ ਨੇਚਰ ਦਾ ਮਤਲਬ ਹੁੰਦਾ ਕਿ ਵਿਸ਼ੇਸ਼, ਠੀਕ ਹੈ, ਬਹੁਤ ਹੀ ਇੰਪੋਰਟੈਂਟ ਨੇਚਰਸ ਦੀਆਂ ਹੋਣਗੀਆਂ ਜਿਹੜੀਆਂ ਕਿ ਆਪਣੇ ਕਲਾਇੰਟਸ ਨੂੰ ਉਹ ਪ੍ਰੋਵਾਈਡ ਕਰਨਗੇ। ਅੱਗੇ ਹੋਏਗਾ ਇੰਪਲੋਇਮੈਂਟ। ਇੰਪਲੋਇਮੈਂਟ ਦੇ ਵਿੱਚ ਹੋਏਗਾ ਕਿ ਉਹ ਸਰਵਿਸਿਜ਼ ਆ ਜਿਹੜੀਆਂ ਆਪਣੇ ਇੰਪਲੋਈਜ਼ ਨੂੰ ਦੇ ਰਹੇ ਆ, ਠੀਕ ਹੈ, ਸੇਵਾਵਾਂ ਜਿਹੜੀਆਂ ਦੇ ਰਹੇ ਆ, ਪਰ ਕਿਹਦੇ ਅਕੋਰਡਿੰਗ, ਟਰਮਸ ਆਫ ਕੰਟਰੈਕਟ, ਜਿਹੜਾ ਕੁਛ ਉਹਨਾਂ ਨੇ ਕੰਟਰੈਕਟ ਦੇ ਵਿੱਚ ਲਿਖਿਆ ਹੋਏਗਾ, ਸਰਵਿਸਿਜ਼ ਦੇ ਵਿੱਚ ਲਿਖਿਆ ਹੋਏਗਾ, ਉਹਦੇ ਅਕੋਰਡਿੰਗ। ਅੱਗੇ ਜਿਹੜਾ ਤਾਂ ਬਿਜ਼ਨਸ ਆ ਉਹਨੂੰ ਕਦੋਂ ਵੀ ਸਟਾਰਟ ਕੀਤਾ ਜਾ ਸਕਦਾ, ਕਿਸੇ ਵੀ ਟਾਈਮ, ਠੀਕ ਹੈ। ਬਸ ਕੁਛ ਉਹਨਾਂ ਨੂੰ ਸਟਾਰਟਿੰਗ ਦੀਆਂ ਲੀਗਲ ਫੋਰਮੈਲਿਟੀਜ਼ ਕਰਨੀਆਂ ਪੈਂਦੀਆਂ। ਲੀਗਲ ਫੋਰਮੈਲਿਟੀ ਦੇ ਵਿੱਚ ਕੀ ਆ ਕਿ ਉਹਨਾਂ ਨੂੰ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਕਿ ਅਸੀਂ ਆਹ ਕੰਮ ਸਟਾਰਟ ਕਰ ਸਕਦੇ ਹਾਂ। ਜਿਵੇਂ ਕਿਸੇ ਨੂੰ ਕੋਈ ਫੈਕਟਰੀ ਲਗਾਉਣੀ ਹੋਵੇ, ਉਹਦੇ ਰਿਲੇਟਡ ਉਹ ਦੱਸ ਸਕਦੇ ਆ ਕਿ ਅਸੀਂ ਕਰੀਏ ਜਾਂ ਨਾ ਕਰੀਏ, ਠੀਕ ਹੈ। ਇਹ ਚੀਜ਼ਾਂ ਉਹ ਦੇਖ ਸਕਦੇ ਆ ਕਿ ਉਹਨਾਂ ਨੇ ਗਵਰਨਮੈਂਟ ਨੂੰ ਜੇ ਤਾਂ ਸਹੀ ਲੱਗਦਾ ਕਿ ਹਾਂ ਵੀ ਕਿਸੇ ਚੀਜ਼ ਦਾ ਨੁਕਸਾਨ ਨਹੀਂ ਹੋਏਗਾ, ਗਵਰਨਮੈਂਟ ਨੂੰ ਅਗਰ ਲੱਗਦਾ ਹੈ ਕਿ ਇਹ ਜਿਹੜੀਆਂ ਫੈਸਿਲਿਟੀਜ਼ ਉਹ ਪ੍ਰੋਵਾਈਡ ਕਰ ਰਹੇ ਆ, ਠੀਕ ਹੈ, ਉਹਦੇ ਲਈ ਜਿਹੜੀ ਆਪਣੀ ਜਨਤਾ ਉਹਨੂੰ ਕੋਈ ਨੁਕਸਾਨ ਨਹੀਂ ਹੈ, ਤਾਂ ਗਵਰਨਮੈਂਟ ਉਹਨਾਂ ਨੂੰ ਅਲਾਈ ਕਰੇਗੀ। ਯਾਨੀ ਕਿ ਲੀਗਲ ਫੋਰਮੈਲਿਟੀਜ਼ ਨੂੰ ਕਰਨ ਤੋਂ ਬਾਅਦ ਕੋਈ ਵੀ ਪਰਸਨ ਕਦੋਂ ਵੀ ਬਿਜ਼ਨਸ ਨੂੰ ਸਟਾਰਟ ਕਰ ਸਕਦਾ। ਬਟ ਜਦੋਂ ਪ੍ਰੋਫੈਸ਼ਨ ਦੀ ਗੱਲ ਕਰੀਏ ਤਾਂ ਬਿਨਾਂ ਕਿਸੇ ਸਰਟੀਫਿਕੇਟ ਦੇ, ਬਿਨਾਂ ਟ੍ਰੇਨਿੰਗ ਦੇ ਜਾਂ ਪ੍ਰੋਪਰ ਪ੍ਰੂਫ ਹੋਣ ਤੋਂ ਬਿਨਾਂ ਕੋਈ ਵੀ ਪਰਸਨ ਪ੍ਰੋਫੈਸ਼ਨ ਨਹੀਂ ਚੂਜ਼ ਕਰ ਸਕਦਾ। ਹੁਣ ਜਿੰਨਾ ਟਾਈਮ ਕਿਸੇ ਕੋਲ ਡਾਕਟਰ ਦੀ ਸਕਿੱਲ ਨਹੀਂ ਹੋਊਗੀ, ਟੈਲੈਂਟ ਨਹੀਂ ਹੋਊਗਾ, ਤਾਂ ਉਹ ਕਿਵੇਂ ਕਹਿ ਸਕਦੇ ਆ ਕਿ ਉਹ ਪ੍ਰੋਫੈਸ਼ਨਲ ਆ, ਠੀਕ ਹੈ, ਉਹ ਪ੍ਰੋਫੈਸ਼ਨਲ ਨਹੀਂ ਹੋਏਗਾ, ਠੀਕ ਹੈ। ਅੱਗੇ ਹੈ ਇਟ ਕ੍ਰੀਏਟ ਥਰੂ ਆਊਟ ਐਗਰੀਮੈਂਟ ਬਿਟਵੀਨ ਇੰਪਲੋਈਜ਼ ਐਂਡ ਇੰਪਲੋਇਰ, ਠੀਕ ਹੈ। ਇੱਕ ਸਿਰਫ ਐਗਰੀਮੈਂਟ ਦੇ ਜ਼ਰੀਏ ਇਹਨੂੰ ਚਲਾਇਆ ਜਾ ਸਕਦਾ। ਇੱਥੇ ਗੱਲ ਹੋ ਰਹੀ ਹੈ ਵੀ ਕਿਹੜੀ ਚੀਜ਼ ਕਦੋਂ ਸ਼ੁਰੂ ਹੋ ਰਹੀ ਹੈ, ਬਿਜ਼ਨਸ ਸਟਾਰਟ ਹੋ ਰਿਹਾ ਲੀਗਲ ਫੋਰਮੈਲਿਟੀਜ਼ ਨੂੰ ਪੂਰਾ ਕਰਨ ਤੋਂ ਬਾਅਦ, ਠੀਕ ਹੈ। ਪ੍ਰੋਫੈਸ਼ਨ ਅਗਰ ਚਾਹੁੰਦੇ ਆ ਤਾਂ ਮਤਲਬ ਕਿ ਆਪਾਂ ਨੂੰ ਟ੍ਰੇਨਿੰਗ ਔਰ ਸਕਿੱਲ ਚਾਹੀਦੀ ਹੈ, ਸਰਟੀਫਿਕੇਟ ਚਾਹੀਦੀ ਹੈ ਜਿਹੜੇ ਕਿ ਗਵਰਨਮੈਂਟ ਦੀ ਕਿਸੇ ਵੀ ਸੰਸਥਾ ਵੱਲੋਂ ਬਣਾਏ ਗਏ ਹੋਣਗੇ, ਉਹਨਾਂ ਨੇ ਅਪਰੂਵ ਕੀਤੇ ਹੋਣਗੇ। ਜਦੋਂ ਗੱਲ ਕਰੀਏ ਇਹਦੀ, ਠੀਕ ਹੈ, ਤਾਂ ਇਹਦੇ ਵਿੱਚ ਕੀ ਉਹਨਾਂ ਨੂੰ ਐਗਰੀਮੈਂਟ ਦੇ ਜ਼ਰੀਏ ਐਂਟਰ ਹੋਣਾ ਪਏਗਾ। ਔਰ ਅਗਰ ਐਗਰੀਮੈਂਟ ਦੇ ਵਿੱਚ ਐਂਟਰ ਹੁੰਦੇ ਆ ਤਾਂ ਉਹਨਾਂ ਦਾ ਜਿਹੜਾ ਕੰਮ ਆ ਉਹ ਅੱਗੇ ਸਟਾਰਟ ਕੀਤਾ ਜਾਏਗਾ। ਅੱਗੇ ਹੈ ਕਿ ਮੇਨ ਓਬਜੈਕਟਿਵ ਹੋਏਗਾ ਬਿਜ਼ਨਸ ਦਾ ਸਿਰਫ ਪ੍ਰੋਫਿਟ ਨੂੰ ਅਰਨ ਕਰਨਾ, ਠੀਕ ਹੈ। ਸਿੰਪਲ ਦੇਖੋ ਕਿ ਪ੍ਰੋਫਿਟ ਅਰਨਿੰਗ ਹੈ ਜਿਹੜਾ ਬਿਜ਼ਨਸ ਦਾ ਓਬਜੈਕਟ ਆ, ਸਰਵਿਸ ਫਸਟ, ਪ੍ਰੋਫਿਟ ਸੈਕਿੰਡ, ਇਹ ਹੋਏਗਾ ਪ੍ਰੋਫੈਸ਼ਨ ਦਾ ਓਬਜੈਕਟਿਵ, ਠੀਕ ਹੈ। ਔਰ ਜਦੋਂ ਗੱਲ ਕਰੀਏ ਇੰਪਲੋਇਮੈਂਟ ਦੀ ਤਾਂ ਇਹਦਾ ਹੋਏਗਾ ਕਿ ਅਰਨ ਕਰਨੀ ਉਹਨਾਂ ਨੇ, ਕਮਾਉਣਾ, ਸੈਲਰੀਜ਼, ਵੇਜਿਸ, ਠੀਕ ਹੈ। ਔਰ ਜਿਹੜਾ ਕੰਮ ਉਹ ਕਰ ਰਹੇ ਆ ਉਹਦੇ ਲਈ ਉਹਨਾਂ ਨੇ ਤਨਖਾਹ ਲੈਣੀ ਹੈ ਅਤੇ ਬਸ ਪੈਸਾ ਕਮਾਉਣਾ ਉਹਨਾਂ ਦਾ ਮੇਨ ਮਕਸਦ ਹੋਏਗਾ। ਕਿਸ ਕੇਸ ਦੇ ਵਿੱਚ, ਇੰਪਲੋਇਮੈਂਟ ਦੇ ਕੇਸ ਵਿੱਚ, ਠੀਕ ਹੈ। ਨੈਕਸਟ ਹੈ ਨੋ ਫਾਰਮਲ, ਫੋਰਥ ਪੁਆਇੰਟ ਆ, ਨੋ ਫਾਰਮਲ ਡਿਗਰੀ ਇਜ਼ ਰਿਕੁਆਇਰਡ ਟੂ ਸਟਾਰਟ ਬਿਜ਼ਨਸ। ਬਿਜ਼ਨਸ ਨੂੰ ਸ਼ੁਰੂ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਡਿਗਰੀ ਜਾਂ ਕਹਿ ਦਈਏ ਕਿ ਪੜ੍ਹਾਈ ਦੀ ਜ਼ਰੂਰਤ ਨਹੀਂ ਆ। ਹਾਂ ਜੇ ਤੁਹਾਨੂੰ ਜਾਣਕਾਰੀ ਹੈ, ਤੁਹਾਡੇ ਕੋਲ ਇੱਕ ਤਰੀਕਾ ਹੈ ਕੰਮ ਨੂੰ ਸਟਾਰਟ ਕਰਨ ਦਾ, ਪੈਸਾ ਹੈ, ਤਾਂ ਬਿਜ਼ਨਸ ਨੂੰ ਸਟਾਰਟ ਕੀਤਾ ਜਾ ਸਕਦਾ। ਫਾਰਮਲ ਡਿਗਰੀ ਹੈ ਜਿਹੜੀ ਉਹ ਆਪਾਂ ਨੂੰ ਦਿੱਤੀ ਹੁੰਦੀ ਹੈ, ਜਿਵੇਂ ਹੁਣ ਆਪਾਂ ਗੱਲ ਕੀਤੀ ਸੀਗੀ ਕਿ ਡਾਕਟਰ ਦੇ ਲਈ MBBS ਦਾ ਜਿਹੜਾ ਇੱਕ ਟੈਸਟ ਆ ਉਹ ਕਲੀਅਰ ਕਰਨਾ ਜ਼ਰੂਰੀ ਆ। ਇੱਕ ਅਕਾਊਂਟੈਂਸੀ ਦੇ ਲਈ ਚਾਰਟਰਡ ਅਕਾਊਂਟੈਂਟ ਦਾ ਹੋਣਾ, ਚਾਰਟਰਡ ਅਕਾਊਂਟੈਂਸੀ ਦਾ ਟੈਸਟ ਕਲੀਅਰ ਕਰਨਾ ਉਹ ਜ਼ਰੂਰੀ ਆ। ਕੁਆਲੀਫਿਕੇਸ਼ਨ ਹੈ ਜਿਹੜੀ ਉਹ ਹੋਣੀ ਜ਼ਰੂਰੀ ਹੈ। ਤਾਂ ਯਾਨੀ ਕਿ ਫਾਰਮਲ ਡਿਗਰੀ ਹੈ ਜਿਹੜੀ ਉਹ ਆਪਾਂ ਨੂੰ ਚਾਹੀਦੀ ਆ ਬਿਜ਼ਨਸ ਦੇ ਪ੍ਰੋਫੈਸ਼ਨ ਨੂੰ ਸਟਾਰਟ ਕਰਨ ਦੇ ਲਈ। ਇੰਪਲੋਇਮੈਂਟ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੁਆਲੀਫਿਕੇਸ਼ਨ ਦੀ ਜ਼ਰੂਰਤ ਨਹੀਂ ਆ। ਹੁਣ ਜੇ ਕੋਈ ਪਰਸਨ ਆ, ਠੀਕ ਹੈ, ਕੰਮ ਕਰ ਰਿਹਾ, ਖੇਤਾਂ ਵਿੱਚ ਕੰਮ ਕਰ ਰਿਹਾ, ਨੋਰਮਲ ਕਿਸੇ ਦੇ ਘਰ ਕੰਮ ਕਰ ਰਿਹਾ, ਤਾਂ ਉਹਨੂੰ ਕੁਆਲੀਫਿਕੇਸ਼ਨ ਦੀ ਜ਼ਰੂਰਤ ਨਹੀਂ ਆ। ਉਹਨੂੰ ਸਿਰਫ ਕੰਮ ਦਾ ਆਉਣਾ ਜ਼ਰੂਰੀ ਆ, ਕੰਮ ਕਰਨ ਦਾ ਤਰੀਕਾ ਪਤਾ ਹੋਣਾ ਚਾਹੀਦਾ, ਇਹ ਜ਼ਰੂਰੀ ਆ। ਅਦਰਵਾਈਜ਼ ਕੁਛ ਵੀ ਉਹ ਜਿਹੜਾ ਉਹਨੂੰ ਪੜ੍ਹਨ ਲਿਖਣ ਦੀ ਜ਼ਰੂਰਤ ਇਸ ਟਾਈਮ 'ਤੇ ਨਹੀਂ ਹੋਏਗੀ। ਨੈਕਸਟ ਹੈ ਦੇਅਰ ਇਜ਼ ਆਲਵੇਜ਼ ਅ ਰਿਸਕ ਆਫ ਲੋਸ ਇਨ ਬਿਜ਼ਨਸ ਐਕਟੀਵਿਟੀ। ਹਮੇਸ਼ਾ ਬਿਜ਼ਨਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਖਤਰਾ ਹੈ, ਨੁਕਸਾਨ ਹੋਣ ਦਾ ਡਰ ਆ ਜਿਹੜਾ ਉਹ ਬਣਿਆ ਰਹਿੰਦਾ, ਕਿਉਂਕਿ ਬਿਜ਼ਨਸ ਦੇ ਵਿੱਚ ਪੈਸਾ ਜਿਹੜਾ ਬਹੁਤ ਲਗਾਇਆ ਜਾਂਦਾ। ਉਹਨਾਂ ਨੂੰ ਇਹੀ ਡਰ ਬਣਿਆ ਰਹਿੰਦਾ ਕਿ ਜਿਹੜਾ ਪੈਸਾ ਅਸੀਂ ਲਗਾਇਆ ਕਿਤੇ ਉਹ ਖਰਾਬ ਨਾ ਹੋ ਜਾਏ, ਬਿਜ਼ਨਸ ਦੇ ਵਿੱਚ ਜਿਹੜਾ ਲਗਾਇਆ ਪੈਸਾ ਉਹ ਡੁੱਬ ਨਾ ਜਾਵੇ, ਠੀਕ ਹੈ। ਇਹ ਚੀਜ਼ਾਂ ਦਾ ਖਤਰਾ ਜਿਹੜਾ ਉਹਨਾਂ ਨੂੰ ਹਮੇਸ਼ਾ ਬਣਿਆ ਰਹਿੰਦਾ। ਗੱਲ ਕਰੀਏ ਤਾਂ ਪ੍ਰੋਫੈਸ਼ਨ ਦੀ,
ਪ੍ਰੋਫੈਸ਼ਨ ਦੇ ਵਿੱਚ ਉਹਨਾਂ ਨੂੰ ਰਿਸਕ ਆ ਜਿਹੜਾ ਉਹ ਹੋਏਗਾ। ਰਿਸਕ ਸਿਰਫ ਇੰਨਾ ਹੋਏਗਾ ਕਿ ਜਿਹੜਾ ਉਹਨਾਂ ਨੇ ਸਟੱਡੀ ਦੇ ਲਈ ਖਰਚਾ ਲਗਾਇਆ ਕਿਤੇ ਉਹ ਬੇਕਾਰ ਨਾ ਚਲਿਆ ਜਾਏ। ਹੁਣ ਡਾਕਟਰ ਦੀ ਡਿਗਰੀ ਹਰ ਇੱਕ ਨੂੰ ਨਹੀਂ ਮਿਲਦੀ, ਠੀਕ ਹੈ। MBBS ਦਾ ਜਿਹੜਾ ਐਗਜ਼ਾਮ ਆ ਉਹ ਹਰ ਕੋਈ ਨਹੀਂ ਕਲੀਅਰ ਕਰ ਲੈਂਦਾ। ਉਹਦੇ ਲਈ ਕੁਛ ਟਾਈਮ ਲੱਗਦਾ, ਸਕਿੱਲ ਚਾਹੀਦੀ ਹੈ, ਨੌਲੇਜ ਹੋਣੀ ਚਾਹੀਦੀ ਹੈ, ਯਾਨੀ ਕਿ ਆਪਣੇ ਕੋਲ ਜ਼ਿਆਦਾਤਰ ਜਿਹੜਾ ਗਿਆਨ ਆ, ਇਨਫੋਰਮੇਸ਼ਨ ਆ ਉਹ ਹੋਣੀ ਚਾਹੀਦੀ ਹੈ। ਜੇ ਕਿਸੇ ਪਰਸਨ ਦਾ ਟੈਸਟ ਕਲੀਅਰ ਨਹੀਂ ਹੁੰਦਾ ਤਾਂ ਉਹਨੂੰ ਰਿਸਕ ਰਹੇਗਾ ਕਿ ਮੇਰਾ ਪੈਸਾ ਜਿਹੜਾ ਉਹ ਖਰਾਬ ਹੋ ਚੁੱਕਿਆ। ਦੂਸਰੀ ਤਰਫ ਹੁਣ ਇੰਪਲੋਇਮੈਂਟ ਦੇ ਵਿੱਚ ਆਪਾਂ ਹੁਣੇ ਗੱਲ ਕੀਤੀ ਹੈ ਕਿ ਬਿਜ਼ਨਸ ਦੇ ਵਿੱਚ ਪੈਸਾ ਲਗਾਇਆ ਜਾ ਰਿਹਾ, ਪ੍ਰੋਫੈਸ਼ਨ ਦੇ ਵਿੱਚ ਲਗਾਇਆ ਜਾ ਰਿਹਾ, ਪਰ ਇੰਪਲੋਇਮੈਂਟ ਦੇ ਵਿੱਚ ਪਰਸਨ ਪੈਸਾ ਨਹੀਂ ਲਗਾਊਗਾ। ਉਹਨੇ ਤਾਂ ਲੱਗੇ ਲਗਾਏ ਪੈਸੇ ਦੇ ਵਿੱਚ ਜਾ ਕੇ ਕੰਮ ਕਰਨਾ, ਉਹਨੇ ਤਾਂ ਸਿਰਫ ਜਿਹੜੀਆਂ ਚੀਜ਼ਾਂ ਖਰੀਦੀਆਂ ਪਈਆਂ ਉਹਦੇ ਲਈ ਕੰਮ ਕਰਨਾ, ਉਹ ਪੈਸਾ ਨਹੀਂ ਲਗਾਊਗਾ। ਸੋ ਉਹਨੂੰ ਕੋਈ ਰਿਸਕ ਹੀ ਨਹੀਂ ਹੋਏਗਾ, ਯਾਨੀ ਕਿ ਬਿਜ਼ਨਸ ਇੰਪਲੋਇਮੈਂਟ ਦੇ ਵਿੱਚ ਕੋਈ ਰਿਸਕ ਨਹੀਂ ਹੈ। ਆਪਣੀ ਇੱਧਰ ਗੱਲ ਕਰੀਏ ਪ੍ਰੋਫੈਸ਼ਨ ਦੇ ਵਿੱਚ ਮਿਨੀਮਮ ਰਿਸਕ ਆ ਔਰ ਬਿਜ਼ਨਸ ਦੇ ਵਿੱਚ ਮੈਕਸੀਮਮ ਰਹੇਗਾ। ਬਿਜ਼ਨਸ ਇਜ਼ ਨਾਟ ਪੋਸੀਬਲ ਵਿਦਾਊਟ ਇਨਵੈਸਟਮੈਂਟ। ਬਿਨਾਂ ਪੈਸੇ ਤੋਂ ਬਿਜ਼ਨਸ ਨਹੀਂ ਚਲਾਇਆ ਜਾ ਸਕਦਾ, ਠੀਕ ਹੈ, ਜੋ ਕਿ ਆਪਣਾ 6th ਪੁਆਇੰਟ ਆ। ਬਿਜ਼ਨਸ ਚਲਾਉਣਾ ਪੋਸੀਬਲ ਨਹੀਂ ਹੈ ਜਿੰਨਾ ਟਾਈਮ ਆਪਣੇ ਕੋਲ ਇਨਕਮ ਨਹੀਂ ਹੈਗੀ, ਅਰਨਿੰਗ ਨਹੀਂ ਹੈਗੀ ਜਾਂ ਕੋਈ ਪੈਸਾ ਹੀ ਨਹੀਂ ਹੈਗਾ। ਪ੍ਰੋਫੈਸ਼ਨ ਦੇ ਵਿੱਚ ਲਿਮਿਟਡ ਅਮਾਊਂਟ ਆ ਜਿਹੜੀ ਇਨਵੈਸਟਮੈਂਟ ਰਿਕੁਆਇਰਡ ਆ। ਲਿਮਿਟਡ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਆਪਾਂ ਸਟੱਡੀ ਵਗੈਰਾ ਕਰਨੀ ਆ ਉਹਦੇ ਲਈ ਇਨਵੈਸਟਮੈਂਟ ਰਿਕੁਆਇਰਡ ਆ। ਨੈਕਸਟ ਹੈ ਨੋ ਇਨਵੈਸਟਮੈਂਟ ਇਜ਼ ਰਿਕੁਆਇਰਡ। ਇੰਪਲੋਇਮੈਂਟ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਕਿ ਇੱਥੇ ਰਿਸਕ ਨਹੀਂ ਆਏਗਾ, ਉਵੇਂ ਇੱਥੇ ਉਹਨਾਂ ਨੂੰ ਕੋਈ ਵੀ ਇਨਵੈਸਟਮੈਂਟ ਹੈ ਜਿਹੜੀ ਉਹ ਨਹੀਂ ਚਾਹੀਦੀ ਹੋਏਗੀ। ਨੈਕਸਟ ਦੇਖੋ ਪੁਆਇੰਟ ਜਿਹੜੇ ਟੌਪਿਕਸ ਨੇ। ਬਿਜ਼ਨਸ ਦੇ ਵਿੱਚ ਕੋਈ ਵੀ ਪਰਸਨ ਆ ਜਿਹੜਾ ਉਹਨੂੰ ਕੋਡ ਆਫ ਕੰਡਕਟ ਆ ਜਾਂ ਕੋਈ ਐਥੀਕਲ ਜਿਹੜੇ ਮੈਨਰਸ ਆ ਉਹ ਨਹੀਂ ਫੋਲੋ ਕਰਨੇ ਹੁੰਦੇ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਪ੍ਰੋਫੈਸ਼ਨ ਦੇ ਵਿੱਚ ਸ਼ਰਤਾਂ ਮਨਵਾਈਆਂ ਜਾਂਦੀਆਂ। ਜਿਵੇਂ ਇੱਕ ਆਪਾਂ ਕਹਿ ਦਈਏ ਕਿ ਕੋਈ ਪ੍ਰਧਾਨ ਮੰਤਰੀ ਬਣਦਾ, ਠੀਕ ਹੈ, ਉਹਨੂੰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇੱਕ ਜਿਹੜੀ ਇੰਡੀਆ ਦੇ ਲਈ ਇੱਕ ਉਹਨੂੰ ਸ਼ਪਥ ਲੈਣੀ ਪੈਂਦੀ ਹੈ, ਠੀਕ ਹੈ, ਪ੍ਰੋਮਿਸ ਕਰਨਾ ਪੈਂਦਾ। ਉਸ ਤਰੀਕੇ ਦਾ ਪ੍ਰੋਮਿਸ ਬਿਜ਼ਨਸ ਦੇ ਵਿੱਚ ਨਹੀਂ ਕਰਵਾਇਆ ਜਾਂਦਾ ਵੀ ਮੈਂ ਇੰਪਲੋਈ ਹੋਣ ਦੇ ਨਾਂ 'ਤੇ ਇਹ ਕੁਛ ਕਰੂੰਗਾ, ਇੱਦਾਂ ਦੇ ਪ੍ਰੋਮਿਸ ਨਹੀਂ ਕਰਵਾਏ ਜਾਂਦੇ। ਪ੍ਰੋਫੈਸ਼ਨ ਦੇ ਵਿੱਚ ਉਹਨਾਂ ਨੇ ਕਰਨਾ ਹੁੰਦਾ, ਉਹਨਾਂ ਨੇ ਲੈਣਾ ਹੁੰਦਾ ਪ੍ਰੋਮਿਸ ਕਿ ਮੈਂ ਕੰਮ ਕਰੂੰਗਾ ਓਨੈਸਟੀ ਦੇ ਲਈ, ਇਮਾਨਦਾਰੀ ਦੇ ਲਈ ਔਰ ਆਪਣੇ ਦੇਸ਼ ਦੀ ਸੇਵਾ ਲਈ ਕਰੂੰਗਾ, ਨਾ ਕਿ ਕਿਸੇ ਫਰੋਡ ਤਰੀਕੇ ਦੇ ਨਾਲ, ਠੀਕ ਹੈ। ਨੈਕਸਟ ਹੋਏਗਾ ਕਿ ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ ਕੋਡ ਆਫ ਕੰਡਕਟ ਆ ਜਿਹੜਾ ਉਹ ਸਿਰਫ ਉਹਦਾ ਮਾਲਿਕ ਹੀ ਦੇ ਸਕਦਾ। ਕੋਡ ਆਫ ਕੰਡਕਟ ਦੇ ਵਿੱਚ ਇਹ ਨਹੀਂ ਹੈ ਕਿ ਉਹਨਾਂ ਨੂੰ ਕੋਈ ਸ਼ਪਥ ਵਗੈਰਾ ਦਿੱਤੀ ਜਾਊਗੀ। ਉਹਨਾਂ ਨੂੰ ਸਿਰਫ ਕੰਮ ਸਮਝਾਇਆ ਜਾਏਗਾ ਕਿ ਤੁਸੀਂ ਕਿਸ ਤਰੀਕੇ ਨਾਲ ਕੰਮ ਕਰਨਾ ਔਰ ਕਿਸ ਤਰੀਕੇ ਨਾਲ ਨਹੀਂ। ਨੈਕਸਟ ਹੋਏਗਾ ਵਨ ਕੈਨ ਈਜ਼ੀਲੀ ਟਰਾਂਸਫਰ ਹਿਜ਼ ਇੰਟਰਸਟ ਇਨ ਬਿਜ਼ਨਸ ਟੂ ਅਨਦਰ। ਇੰਟਰਸਟ ਦਾ ਮਤਲਬ ਹੁੰਦਾ ਪੈਸਾ, ਠੀਕ ਹੈ, ਹਿੱਸਾ, ਯਾਨੀ ਕਿ ਇਹਦਾ ਜਿਹੜਾ ਬਣਦਾ ਹਿੱਸਾ ਉਹ ਟਰਾਂਸਫਰ ਕਰ ਸਕਦਾ ਕਿ ਨਹੀਂ। ਇੰਟਰਸਟ ਬਿਜ਼ਨਸ ਦੇ ਵਿੱਚ ਟਰਾਂਸਫਰ ਕੀਤਾ ਜਾ ਸਕਦਾ, ਇੱਕ ਜਗ੍ਹਾ ਤੋਂ ਪੈਸਾ ਦੂਸਰੀ ਜਗ੍ਹਾ 'ਤੇ ਟਰਾਂਸਫਰ ਕੀਤਾ ਜਾ ਸਕਦਾ। ਪਰ ਜੇ ਗੱਲ ਕਰੀਏ ਪ੍ਰੋਫੈਸ਼ਨ ਦੀ, ਠੀਕ ਹੈ, ਇਹਦੇ ਵਿੱਚ ਬਿਲਕੁਲ ਵੀ ਪੋਸੀਬਲ ਨਹੀਂ ਹੈ। ਐਗਜ਼ਾਮਪਲ ਦੇ ਤੌਰ 'ਤੇ ਦੇਖੋ, ਤੁਸੀਂ ਇੰਨਾ ਟਾਈਮ ਹੋ ਗਿਆ ਸਟੱਡੀ ਕਰਦੇ ਨੂੰ, ਤੁਹਾਡੇ ਸਰਟੀਫਿਕੇਟ ਆਇਆ, ਠੀਕ ਹੈ, ਇੱਕ ਸਟੂਡੈਂਟ ਆ ਉਹਦੇ ਬਹੁਤ ਹੀ ਵਧੀਆ ਮਾਰਕਸ ਆਇਆ ਵੀ ਉਹਦੇ 90% ਮਾਰਕਸ ਨੇ ਆਊਟ ਆਫ 100, ਠੀਕ ਹੈ। ਕੀ ਉਹ ਆਪਦੇ ਸਰਟੀਫਿਕੇਟ ਕਿਸੇ ਹੋਰ ਨੂੰ ਦੇ ਸਕਦਾ? ਵੀ ਸਟੱਡੀ ਉਹਨੇ ਕੀਤੀ, ਸਾਰਾ ਸਾਲ ਪੜ੍ਹਿਆ ਉਹ, ਠੀਕ ਹੈ, ਔਰ ਉਹ ਪੜ੍ਹਨ ਤੋਂ ਬਾਅਦ ਉਹਨੇ ਕਹਿਤਾ ਵੀ ਮੈਂ ਆਪਦੇ ਨਾਮ ਦੀ ਜਗ੍ਹਾ 'ਤੇ ਕਿਸੇ ਹੋਰ ਦਾ ਨਾਮ ਪਵਾਉਣਾ ਚਾਹੁੰਦਾ ਵੀ ਪੜ੍ਹਾਈ ਜ਼ਰੂਰ ਮੈਂ ਕੀਤੀ ਆ ਪਰ ਮੇਰਾ ਜਿਹੜਾ ਸਰਟੀਫਿਕੇਟ ਆ ਜਾਂ ਮੇਰੇ ਮਾਰਕਸ ਆ ਜਿਹੜੇ ਉਹ ਕਿਸੇ ਨੂੰ ਦੇ ਦਿਓ। ਪੋਸੀਬਲ ਨਹੀਂ ਹੈ ਨਾ। ਤਾਂ ਸੇਮ ਐਜ਼ ਪ੍ਰੋਫੈਸ਼ਨ ਦੇ ਵਿੱਚ ਵੀ ਇੱਦਾਂ ਹੀ ਆ ਵੀ ਜਿੰਨਾ ਕੁਛ ਕਿਸੇ ਪਰਸਨ ਨੇ ਪੜ੍ਹਿਆ ਉਹ ਕਿਸੇ ਨੂੰ ਕਿਵੇਂ ਟਰਾਂਸਫਰ ਕਰ ਸਕਦਾ? ਪੋਸੀਬਲ ਨਹੀਂ ਆ, ਠੀਕ ਹੈ, ਕਿਸੇ ਵੀ ਹਾਲਤ ਦੇ ਵਿੱਚ। ਦੂਸਰਾ ਹੋਏਗਾ ਇੰਪਲੋਈਜ਼ ਦੇ ਵਿੱਚ ਕਿ ਇੰਪਲੋਈਜ਼ ਆ ਜਿਹੜੇ ਉਹ ਆਪਣੇ ਕਿਸੇ ਵੀ ਤਰੀਕੇ ਦੇ ਇੰਟਰਸਟ ਜਿਹੜੇ ਉਹ ਟਰਾਂਸਫਰ ਨਹੀਂ ਕਰ ਸਕਦਾ। ਹੁਣ ਸਾਰਾ ਦਿਨ ਮਿਹਨਤ ਕਰੂਗਾ ਮਜ਼ਦੂਰ, ਠੀਕ ਹੈ, ਕਿ ਉਹ ਆਪਦੀ ਮਜ਼ਦੂਰੀ ਘਰੇ ਜਾ ਕੇ ਜਾਂ ਰਸਤੇ ਦੇ ਵਿੱਚ ਕੋਈ ਉਹਨੂੰ ਉਹਦਾ ਦੋਸਤ ਮਿਲ ਗਿਆ, ਉਹਨੂੰ ਕਹਿ ਦੇਊਗਾ ਕਿ ਮੈਂ ਅੱਜ ਸਾਰਾ ਦਿਨ ਮਿਹਨਤ ਕੀਤੀ ਆ, ਚੱਲ ਕੋਈ ਨਹੀਂ ਮੈਂ ਮਿਹਨਤ ਕੀਤੀ ਹੈ, ਮੇਰੀ ਤਨਖਾਹ ਜਿਹੜੀ ਉਹ ਤੂੰ ਲੈ ਸਕਦਾ? ਨਹੀਂ ਨਾ ਹੋਏਗਾ। ਸੋ ਇਹ ਵੀ ਪੋਸੀਬਲ ਨਹੀਂ ਹੈ। ਬਿਜ਼ਨਸ ਦੇ ਵਿੱਚ ਜਸਟ ਪੋਸੀਬਲ ਆ, ਬਟ ਦੋਨਾਂ ਸਾਈਡ ਦੇ ਵਿੱਚ ਗੱਲ ਕਰੀਏ ਪ੍ਰੋਫੈਸ਼ਨ ਔਰ ਇੰਪਲੋਇਮੈਂਟ ਦੀ, ਉਹਦੇ ਵਿੱਚ ਪੋਸੀਬਲ ਨਹੀਂ ਹੈ। ਪਰਸਨਲ ਸਕਿੱਲ ਜਿਹੜੀ ਉਹ ਰਿਕੁਆਇਰਡ ਨਹੀਂ ਹੈਗੀ। ਪਰਸਨਲ ਸਕਿੱਲ ਜਿਵੇਂ ਡਾਕਟਰ ਨੂੰ ਚਾਹੀਦੀ ਆ, ਠੀਕ ਹੈ, ਕਿਸੇ ਇੰਜੀਨੀਅਰਿੰਗ ਨੂੰ ਚਾਹੀਦੀ ਆ, ਉਹਨੂੰ ਪਰਸਨਲ ਸਕਿੱਲ ਆ ਜਿਹੜੀਆਂ ਉਹ ਰਿਕੁਆਇਰਡ ਨਹੀਂ ਹੈ ਬਿਜ਼ਨਸ ਦੇ ਵਿੱਚ। ਇਹਦੇ ਵਿੱਚ ਰਿਕੁਆਇਰਡ ਹੋਣਗੀਆਂ, ਠੀਕ ਹੈ, ਕਿਉਂਕਿ ਉਹਨੇ ਕੁਛ ਓਬਲੀਗੇਸ਼ਨ ਜ਼ਰੂਰਤਾਂ ਪੂਰੀਆਂ ਕਰਨੀਆਂ। ਔਰ ਇਹਦੇ ਵਿੱਚ ਵੀ ਕੀ ਹੈ ਕਿ ਪਰਸਨਲ ਸਕਿੱਲ ਰਿਕੁਆਇਰਡ ਆ। ਪਰਸਨਲ ਸਕਿੱਲ ਕਿਵੇਂ ਰਿਕੁਆਇਰਡ ਆ? ਕਿਉਂਕਿ ਉਹਨਾਂ ਨੇ ਕੰਮ ਕਰਨਾ ਹੁੰਦਾ। ਹੁਣ ਜੇ ਮਿਸਤਰੀ ਨੂੰ ਇਹ ਨਹੀਂ ਪਤਾ ਹੋਊਗਾ ਕਿ ਉਹਨੇ ਕੰਮ ਕਿਸ ਤਰੀਕੇ ਨਾਲ ਕਰਨਾ ਹੈ ਤਾਂ ਉਹ ਘਰ ਕਿਵੇਂ ਬਣਾ ਸਕਦਾ? ਠੀਕ ਹੈ, ਤਾਂ ਯਾਨੀ ਕਿ ਪਰਸਨਲ ਸਕਿੱਲ ਤਾਂ ਰਿਕੁਆਇਰਡ ਆ। ਇਹਦੇ ਲਈ ਕਹਿ ਸਕਦੇ ਕਿ ਪਰਸਨਲ ਸਕਿੱਲ ਦਾ ਹੋਣਾ ਇੱਧਰ ਜ਼ਰੂਰੀ ਆ, ਪ੍ਰੋਫੈਸ਼ਨ ਦੇ ਵਿੱਚ ਜ਼ਰੂਰੀ ਹੈ, ਬਟ ਬਿਜ਼ਨਸ ਦੇ ਵਿੱਚ ਜ਼ਰੂਰੀ ਨਹੀਂ ਹੈ।
ਇਨਕਮ ਜਿਹੜੀ ਆਪਾਂ ਲੈਂਦੇ ਹਾਂ ਬਿਜ਼ਨਸ ਦੇ ਵਿੱਚ ਉਹਨੂੰ ਪ੍ਰੋਫਿਟ ਕਿਹਾ ਜਾਂਦਾ। ਪ੍ਰੋਫੈਸ਼ਨ ਦੇ ਵਿੱਚ ਜਿਹੜੀ ਇਨਕਮ ਆਉਂਦੀ ਹੈ ਉਹਨੂੰ ਆਪਾਂ ਫੀਸ ਬੋਲਦੇ ਹਾਂ। ਜਿਹੜੀ ਇੱਧਰ ਇਨਕਮ ਆਉਂਦੀ ਹੈ ਉਹਨੂੰ ਆਪਾਂ ਵੇਜਿਸ ਔਰ ਸੈਲਰੀਜ਼ ਬੋਲਦੇ ਹਾਂ। ਠੀਕ ਹੈ, ਅਲੱਗ-ਅਲੱਗ ਨਾਮ ਦਿੱਤੇ ਜਾਂਦੇ ਆ। ਹੋਏਗਾ ਪੈਸਾ ਹੀ ਮਿਲੇਗਾ ਉਹਨਾਂ ਨੂੰ ਪੈਸਾ ਹੀ, ਪਰ ਪੈਸਾ ਲੈਣ ਦੇ ਲਈ ਉਹਨਾਂ ਨੂੰ ਜਿਹੜਾ ਤਾਂ ਬਿਜ਼ਨਸ ਹੋਏਗਾ ਉਹ ਪ੍ਰੋਫਿਟ ਕਹਿਣਗੇ ਕਿ ਸਾਨੂੰ ਇੰਨਾ ਪ੍ਰੋਫਿਟ ਹੋਇਆ, ਇਹ ਕਹਿਣਗੇ ਕਿ ਸਾਨੂੰ ਇੰਨੀ ਫੀਸ ਚਾਹੀਦੀ ਹੈ। ਜਿਵੇਂ ਡਾਕਟਰ ਮੰਗਦੇ ਆਪਣੇ ਤੋਂ ਵੀ ਤੁਸੀਂ ਮੈਡੀਸਨ ਲਈ ਹੈ, ਜਿੰਨੇ ਵੀ ਪੈਸੇ ਹੋਣਗੇ ਆਪਾਂ ਫੀਸ ਵਜੋਂ ਦਿੰਦੇ ਹਾਂ। ਠੀਕ ਹੈ, ਕੋਈ ਕੰਮ ਕਰਦਾ ਪੂਰਾ ਦਿਨ ਲਗਾਇਆ ਉਹਨੂੰ ਆਪਾਂ ਤਨਖਾਹ ਦਿੰਦੇ ਹਾਂ, ਸੈਲਰੀ ਦਿੰਦੇ ਹਾਂ। ਠੀਕ ਹੈ, ਅਤੇ ਡੇਲੀ ਦਾ ਜਿਹੜਾ ਵੇਜਿਸ ਆ ਉਹ ਦੇ ਰਹੇ ਹਾਂ। ਸੋ ਇਹ ਸੀ ਤੁਹਾਡੇ ਅੱਜ ਦੇ ਪੁਆਇੰਟਸ। ਥੋੜ੍ਹਾ ਜਿਹਾ ਲੈਂਥੀ ਜ਼ਰੂਰ ਨਹੀਂ, ਬਟ ਮੈਨੂੰ ਉਮੀਦ ਆ ਕਿ ਤੁਸੀਂ ਜ਼ਰੂਰ ਸਮਝਿਆ ਹੋਊਗਾ ਕਲੀਅਰਲੀ। ਬਹੁਤ ਹੀ ਇੰਪੋਰਟੈਂਟ ਟੋਪਿਕ ਆ। ਕੋਸ਼ਿਸ਼ ਕਰਿਓ ਕਿ ਬਹੁਤ ਹੀ ਕਲੀਅਰਲੀ ਚੰਗੀ ਤਰ੍ਹਾਂ ਸਮਝੋ। ਜੇ ਕੋਈ ਡਾਊਟ ਹੋਇਆ ਤਾਂ ਜ਼ਰੂਰ ਪੁੱਛਿਓ, ਕਿਉਂਕਿ ਇਹ ਟੋਪਿਕ ਜ਼ਿਆਦਾ ਇੰਪੋਰਟੈਂਟ ਨੇ ਤੁਹਾਡੇ ਸਬਜੈਕਟ ਦੇ। ਔਰ ਇਸ ਤੋਂ ਬਾਅਦ ਆਪਣਾ ਜਿਹੜਾ ਨੈਕਸਟ ਟੋਪਿਕ ਆ ਉਹ ਸਟਾਰਟ ਹੋਏਗਾ। ਇਸ ਤੋਂ ਬਾਅਦ ਇੱਕ ਹੋਰ ਲੌਂਗ ਕੁਐਸਚਨ ਬਣਦਾ ਇਸ ਚੈਪਟਰ ਦਾ, ਜੋ ਕਿ ਬਹੁਤ ਇੰਪੋਰਟੈਂਟ ਆ। ਸੋ ਅਗਰ ਕੋਈ ਡਾਊਟ ਹੈ ਤਾਂ ਰਾਜੇ ਪੁੱਛ ਸਕਦੇ ਹੋ। ਐਂਡ ਥੈਂਕ ਯੂ, ਹੈਵ ਅ ਨਾਈਸ ਡੇ।